गोपाल गुर गुरपूरन नारायण है। गुर दयाल समरथ गुर गुरु नानक पतत उदाहरण है। तिलक जंजू राखा प्रभु ताका कीनो बड़ो कलू मह साका। साधन हेतु तीजिन करी शीस दिया पर सीना उचरी। चवर छतर तखत दे मालक साहिब श्री गुरु ग्रंथ साहिब सच्चे पातशाह जी तिन्हां दी पवित्र हाजूरी विच सुभाएमान गुरु प्यारी खालसा साध संगत दी फतेह प्रवान करो। वाहिगुरू जी का खालसा वाहिगुरू जी की फतेह। धन धन श्री गुरु तेग बहादुर साहिब सच्चे पातशाह जी दे पवित्र स्थान गुरुद्वारा श्री शीशगंज साहिब विखे आप सरबत संगतां सुभाएमान हो। गुरु महाराज जी दी अगम्मी बाणी दा फरमान गुरु के वजीर साहिब पासों आप संगत ने सरवण कीता है। आओ अपने समय नूं जीवन नूं सफला करन दे लई श्री गुरु तेग बहादुर साहिब सच्चे पातशाह जी दी अगम्मी बाणी दी विचार दे नाल जुड़न दा जतन करिए। जो 400 साला प्रकाश दिहाड़ा गुरु पातशाह दा 1 मई 2021 नूं समुची दुनिया दे अंदर मनाया जा रहा है। उस संबंध विच दिल्ली सिख गुरुद्वारा प्रबंधक कमेटी वालों धर्म प्रचार कमेटी वालों इस बाणी दी विचार दा विशेष उपराला किया गया है। गुरु तेग बहादुर साहिब सच्चे पातशाह अपनी पाक बाणी दे विच फरमान करते हैं। सतनाम श्री वाहिगुरू साहब जीओ। धन धन जिह तो कौ दियो तास्यो नेहो ना कीना। महाराज गुरु तेग बहादुर साहिब जो अकाल पुरख दे सरगुण स्वरूप ने जिन्हां दी महान हस्ती बाबत गुरु ग्रंथ साहिब दा फरमान है। इस गुरु नानक दी अगम्मी ताकत बाबत गुरु नानक दे तख्त बाबत गुरु पातशाहियां बाबत गुरु ग्रंथ साहिब कहते ने पार ब्रह्म नानक गुरदेव वड्डा भाग पाइए हर सेव। गुरु पातशाह अकाल पुरख दे स्वरूप ने वड्डिया भागां दे नाल उन्हां दी संगत मिलती है, उन्हां दी सेवा मिलती है।
ਸੋ ਮਹਾਰਾਜ ਪਾਤਸ਼ਾਹ ਦੀ ਸ਼ਾਨ ਨੂੰ ਹੋਰ ਵਧਾਉਂਦਿਆਂ ਭਾਈ ਸਾਹਿਬ ਭਾਈ ਨੰਦ ਲਾਲ ਨੇ ਫਾਰਸੀ ਦੇ ਵਿੱਚ ਬਚਨ ਕਹੇ ਨੇ, ਕਾਇਮ ਬਿਲ ਜ਼ਾਤੇ ਹੱਕੁਲ ਕਦੀਮ ਵਾ ਦਾਇਮ ਨਦੀਮੇ ਸੁਬਹਾਨੁਲ ਅਜ਼ੀਮ। ਉਹ ਮਹਾਂਪੁਰਸ਼ ਗੁਰੂ ਸਾਹਿਬ ਬਾਬਤ ਕਹਿੰਦੇ ਨੇ, ਆਏ ਗੁਰੂ ਤੇਗ ਬਹਾਦਰ, ਉਹ ਜਿਹੜਾ ਤੇਰਾ ਨਿਰਗੁਣ ਸਰੂਪ ਪਰਮਾਤਮਾ ਹੈ ਨਾ, ਉਹ ਸਦਾ ਕਾਇਮ ਹੈ, ਉਹ ਸਥਿਰ ਹੈ, ਸਦੀਵੀ ਰਹਿਣ ਵਾਲਾ ਹੈ। ਜ਼ਾਤੇ ਦਾ ਭਾਵ ਹੈ ਉਹਦੀ ਹਸਤੀ, ਉਹਦੀ ਬਰਕਤ, ਉਹਦੀ ਅਜ਼ਮਤ। ਕਦੀਮ ਦਾ ਮਤਲਬ ਹੈ ਉਹ ਸਭ ਤੋਂ ਪਹਿਲਾਂ ਦਾ ਹੈ, ਮੁੱਢ ਕਦੀਮੀ, ਔਰ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ। ਦੁਨੀਆ ਦਾ ਕੋਈ ਵੀ ਦੀਵਾ ਹੈ, ਉਸ ਨੂੰ ਜੋਤ ਦੇਣ ਵਾਲਾ, ਜਗਾਉਣ ਵਾਲਾ ਕੋਈ ਨਾ ਕੋਈ ਹੁੰਦਾ ਹੈ। ਸੂਰਜ ਚੰਦ ਨੂੰ ਪ੍ਰਕਾਸ਼ ਦੇਣ ਵਾਲਾ ਉਹ ਜੋ ਅਕਾਲ ਪੁਰਖ ਹੈ, ਉਹ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ, ਸੁਤੇ ਸਿੱਧ ਪ੍ਰਗਟ ਹੈ, ਉਹ ਸਹਿਭੰਗ ਹੈ, ਉਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਜਗਤ ਵਿੱਚ ਸਭ ਤੋਂ ਪਹਿਲਾਂ ਉਹ ਜੋ ਖੁਦਾਇਆ ਹੈ, ਆਪਣੀ ਜਾਤ ਨਾਲ ਕਾਇਮ ਹੈ, ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ, ਮੁੱਢ ਕਦੀਮੀ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਾ, ਆਦਿ ਪੁਰਖ ਕਾਰਨ ਕਰਤਾਰ ਅਮੋਗ ਦਰਸ਼ਨ ਆਜੂਨੀ ਸੰਭਵ। ਉਹ ਸਾਰਿਆਂ ਦਾ ਆਦਿ ਹੈ, ਕਰਤਾ ਹੈ, ਪੈਦਾ ਕਰਨ ਵਾਲਾ ਹੈ, ਨਿਰਗੁਣ ਸਰੂਪ ਦੇ ਤੌਰ 'ਤੇ ਆਜੂਨੀ ਹੈ, ਔਰ ਸੰਭਵ ਆਪਣੇ ਆਪ ਤੋਂ ਉਹ ਪ੍ਰਕਾਸ਼ਵਾਨ ਹੈ। ਅੱਗੇ ਭਾਈ ਨੰਦ ਲਾਲ ਕਹਿੰਦੇ ਨੇ, ਨਦੀਮੇ, ਨਦੀਮੇ ਦਾ ਮਤਲਬ ਹੈ ਯਾਰ, ਨਦੀਮੇ ਦਾ ਮਤਲਬ ਹੈ ਸਾਥੀ। ਸੁਬਹਾਨ ਕਹਿੰਦੇ ਨੇ ਪਾਕ ਨੂੰ, ਪਵਿੱਤਰ ਨੂੰ। ਐ ਗੁਰੂ ਤੇਗ ਬਹਾਦਰ ਸਾਹਿਬ, ਤੁਸੀਂ ਉਸ ਪਵਿੱਤਰ ਮਹਾਨ ਖੁਦਾ ਦੇ ਯਾਰ ਹੋ, ਸਾਥੀ ਹੋ, ਵਜ਼ੀਰ ਹੋ, ਉਹਦਾ ਰੂਪ ਹੋ। ਤੁਹਾਡੇ ਤੇ ਅਕਾਲ ਪੁਰਖ ਵਿੱਚ ਕੋਈ ਫਰਕ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਨੇ ਵੀ ਮੋਹਰ ਲਾਈ ਹੈ, ਪਾਰ ਬ੍ਰਹਮ ਅਪਰੰਪਰ ਸਤਿਗੁਰ, ਜਿਸ ਸਿਮਰਤ ਮਨ ਸੀਤ ਲਾਇਣਾ। ਐ ਅਕਾਲ ਪੁਰਖ ਤੁਹਾਡਾ ਗੁਰੂ ਸਰੂਪ ਹੈ, ਜਿਹਦੇ ਬਖਸ਼ੇ ਸ਼ਬਦ ਦਾ ਜਦੋਂ ਅਸੀਂ ਜਾਪ ਕਰਦੇ ਹਾਂ ਤਾਂ ਸਾਡਾ ਮਨ ਸ਼ੀਤਲ ਹੋ ਜਾਂਦਾ ਹੈ, ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ, ਵਿਕਾਰਾਂ ਦੀ ਅੱਗ ਮਿਟ ਜਾਂਦੀ ਹੈ, ਮਨ ਸਹਿਜ ਵਿੱਚ ਚਲਿਆ ਜਾਂਦਾ ਹੈ, ਸ਼ਾਂਤੀ ਵਿੱਚ ਚਲਿਆ ਜਾਂਦਾ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ 'ਤੇ ਤੁਸੀਂ ਬੈਠੇ ਹੋ। ਆਮ ਇਨਸਾਨ ਨਹੀਂ ਸਨ, ਖੁਦਾਇਆ ਦਾ ਰੂਪ ਨੇ, ਔਰ ਬੜੇ ਸ਼ਾਂਤ ਚਿੱਤ ਨੇ, ਜਿਨ੍ਹਾਂ ਦਾ ਨਾਮ ਧਿਆ ਕੇ ਸਾਨੂੰ ਸ਼ਾਂਤੀ ਮਿਲਦੀ ਹੈ, ਸਹਿਜ ਮਿਲਦਾ ਹੈ। ਇੰਨੇ ਸ਼ਾਂਤ ਚਿੱਤ ਨੇ, ਇੰਨੇ ਠੰਡੇ ਨੇ, ਦੁਸ਼ਮਣ ਦੀ ਤਲਵਾਰ ਵੇਖ ਕੇ ਵੀ ਗਰਮ ਨਹੀਂ ਹੋਏ, ਆਪਾ ਨਹੀਂ ਖੋਇਆ, ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ, ਸ਼ਹਾਦਤ ਦੀ ਅਵਧੀ ਨੂੰ ਮਾਣਦੇ ਨੇ। ਉਹ ਮਹਾਰਾਜ ਦੀ ਪਵਿੱਤਰ ਬਾਣੀ ਹੈ, ਜਿਸ ਬਾਣੀ ਦੀ ਵਡਿਆਈ ਕਰਦਿਆਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਪੂਰੇ ਗੁਰ ਕੀ ਸਾਚੀ ਬਾਣੀ, ਪੂਰਨ ਗੁਰੂ ਦੀ ਇਹ ਸੱਚੀ ਬਾਣੀ ਹੈ। ਖੁਦਾ ਦੀ ਸਿਫਤ ਸਲਾਹ ਹੈ ਉਹਦੀ ਬਾਣੀ ਦੇ ਅੰਦਰ। ਸੁਖ ਮਨ ਅੰਤਰ ਸਹਿਜ ਸਮਾਣੀ। ਜਿਹੜਾ ਇਸ ਨੂੰ ਪੜ੍ਹੇਗਾ, ਜਪੇਗਾ, ਹਿਰਦੇ ਵਿੱਚ ਟਿਕਾਵੇਗਾ, ਸੁਖ ਮਨ ਅੰਤਰ, ਉਹਦੇ ਮਨ ਦੇ ਅੰਦਰ ਸੁਖ ਟਿਕ ਜਾਵੇਗਾ। ਉਹਦੇ ਮਨ ਵਿੱਚ ਚਿੰਤਾ ਨਹੀਂ ਰਵੇਗੀ, ਡਿਪਰੈਸ਼ਨ ਨਹੀਂ ਰਹੇਗਾ। ਸਹਿਜ ਸਮਾਣੀ, ਸਹਿਜ ਸ਼ਾਂਤੀ ਨੂੰ ਵੀ ਕਹਿੰਦੇ ਨੇ, ਸਹਿਜ ਗਿਆਨ ਨੂੰ ਵੀ ਕਹਿੰਦੇ ਨੇ। ਜੋ
ਬਾਣੀ ਜਪੇਗਾ, ਸੁਣੇਗਾ, ਪੜ੍ਹੇਗਾ, ਉਹ ਸਹਿਜਤਾ ਦੇ ਵਿੱਚ ਚਲਿਆ ਜਾਵੇਗਾ, ਸ਼ਾਂਤੀ ਵਿੱਚ ਸਮਾ ਜਾਵੇਗਾ। ਉਹਦੇ ਜੀਵਨ ਦੇ ਵਿੱਚ ਸਦਾ ਹੀ ਸਹਿਜ ਵਾਸ ਕਰੇਗਾ, ਭਾਵ ਉਹਨੂੰ ਕੋਈ ਰੋਗ ਸੋਗ ਨਹੀਂ ਰਵੇਗਾ। ਐਸਾ ਬਾਣੀ ਦਾ ਪ੍ਰਤਾਪ ਹੈ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਉਸ ਅਕਾਲ ਪੁਰਖ ਦੇ ਜੋ ਸਾਡੇ 'ਤੇ ਅਹਿਸਾਨ ਨੇ ਉਹ ਗਿਣਾਉਂਦੇ ਨੇ, ਔਰ ਨਾਲ ਨਾਲ ਸਾਨੂੰ ਹਦਾਇਤ ਕਰਦੇ ਨੇ। ਉਹ ਕਰਤਾ ਹੈ, ਝੋਲੀ ਭਰਨ ਵਾਲਾ ਹੈ, ਉਹਦਾ ਸਿਮਰਨ ਕਰੋ, ਜੀਵਨ ਸਫਲਾ ਹੋਵੇਗਾ। ਪਰ ਸਾਡਾ ਇੱਕ ਸੁਭਾਅ ਹੈ, ਅਸੀਂ ਪਦਾਰਥਾਂ ਨਾਲ ਤੇ ਪ੍ਰੇਮ ਕਰਦੇ ਹਾਂ। ਜੋ ਦੇਣ ਵਾਲਾ ਕਰਤਾ ਹੈ ਉਹਨੂੰ ਅਸੀਂ ਵਿਸਾਰ ਦਿੰਦੇ ਹਾਂ। ਅਤੇ ਮਹਾਰਾਜ ਵਾਰ-ਵਾਰ ਸਾਨੂੰ ਸਮਝਾਉਂਦੇ ਨੇ। ਹੁਣ ਲਫ਼ਜ਼ ਵਰਤਿਆ ਹੈ ਤਨ, ਧਨ, ਇਹ ਪਰਮਾਤਮਾ ਦੇ ਸਾਨੂੰ ਦਿੱਤੇ ਨੇ। ਜਿਹੜਾ ਤਨ ਲਫ਼ਜ਼ ਹੈ ਨਾ, ਸੰਸਕ੍ਰਿਤ ਵਿੱਚ ਸਰੀਰ ਨੂੰ ਤਨ ਕਹਿੰਦੇ ਨੇ, ਤਵਚਾ ਨੂੰ, ਚਮੜੇ ਨੂੰ ਤਨ ਕਹਿੰਦੇ ਨੇ। ਅਤੇ ਫਾਰਸੀ ਵਿੱਚ, ਪਰਸ਼ੀਅਨ ਵਿੱਚ ਵੀ ਤਨ ਦਾ ਮਤਲਬ ਜਿਸਮ ਹੀ ਹੁੰਦਾ ਹੈ, ਸਰੀਰ ਹੀ ਹੁੰਦਾ ਹੈ। ਕਈ ਵਾਰ ਵੱਖ-ਵੱਖ ਭਾਸ਼ਾਵਾਂ ਵਿੱਚ ਅਲਫਾਜ਼ ਇੱਕੋ ਵਰਤ ਲਿਆ ਜਾਂਦਾ ਹੈ, ਉਹਦੇ ਅਰਥ ਵੀ ਇੱਕ ਨਿਕਲ ਆਉਂਦੇ ਨੇ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫੁਰਮਾਨ ਹੈ ਨਾ, ਤਨ ਸੂਚਾ ਸੋ ਆਖੀਐ ਜਿਸਮੈ ਸਾਚਾ ਨਾਉ। ਇਹ ਜਿਹੜਾ ਤਨ ਹੈ, ਸਰੀਰ ਹੈ, ਪਰਮਾਤਮਾ ਦਾ ਦਿੱਤਾ ਹੈ। ਤਨ ਦਾ ਮਤਲਬ ਸੰਸਕ੍ਰਿਤ ਵਿੱਚ ਤਨਯ ਦਾ ਭਾਵ ਪੁੱਤਰ ਵੀ ਹੁੰਦਾ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾ, ਗੁਰੂ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਆ ਤਾਣਿਓ। ਆਇਆ ਗੁਰੂ ਰਾਮਦਾਸ, ਤੇਰੇ ਤਨ ਨੇ, ਤੇਰੇ ਲਖਤੇ ਜਿਗਰ ਨੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਸਹਿਜ ਦਾ ਚੰਦੋਆ ਤਾਣਿਆ ਹੋਇਆ ਹੈ। ਅਕਾਲ ਪੁਰਖ ਦੀ ਵਡਿਆਈ ਦਾ ਚੰਦੋਆ ਤਾਣਿਆ ਹੋਇਆ ਹੈ। ਆਪ ਨੇ ਪਰਮੇਸ਼ਵਰ ਦਾ ਜਸ ਰੂਪ ਚੰਦੋਆ ਤਾਣਿਆ ਹੋਇਆ ਹੈ। ਸੋ ਪੁੱਤਰ ਨੂੰ ਵੀ ਤਨ ਕਿਹਾ ਜਾਂਦਾ ਹੈ। ਚਾਹੇ ਜੀਵਨ ਕਾਲ ਦੇ ਵਿੱਚ ਸਾਨੂੰ ਔਲਾਦ ਪ੍ਰਾਪਤ ਹੋ ਜਾਵੇ, ਇਹ ਵੀ ਉਹਦੀ ਬਖਸ਼ੀ ਹੈ। ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਉਹਦੀਆਂ ਹੀ ਦਾਤਾਂ ਬਖਸ਼ੀਆਂ ਹੋਈਆਂ ਨੇ, ਗੁਰੂ ਪਾਤਸ਼ਾਹ ਦੀਆਂ, ਅਕਾਲ ਪੁਰਖ ਦੀਆਂ, ਗੁਰੂ ਨਾਨਕ ਦੀਆਂ। ਚਾਹੇ ਇਹ ਸਾਨੂੰ ਸੁੰਦਰ ਤਨ ਪ੍ਰਾਪਤ ਹੋਇਆ ਹੈ, ਇਹ ਵੀ ਉਹਦੀ ਬਖਸ਼ਿਸ਼ ਹੈ। ਇਹਦੇ ਬਾਅਦ ਹੈ ਧਨ। ਜਿਹੜਾ ਧਨ ਲਫ਼ਜ਼ ਹੈ ਉਹਦੇ ਕਈ ਅਰਥ ਨੇ। ਪਹਿਲਾ ਅਰਥ ਤੇ ਤੁਸੀਂ ਸਾਰੇ ਹੀ ਸਮਝਦੇ ਹੋ, ਸੰਪਤ, ਵਿਭੂਤੀ, ਦੌਲਤ। ਮਹਾਰਾਜ ਪਾਤਸ਼ਾਹ ਕਹਿੰਦੇ ਧਨ ਉਹਦਾ ਹੀ ਦਿੱਤਾ ਹੈ। ਦੇਸ ਕਮਾਵਨ ਧਨ ਜੋਰਨ ਕੀ ਮਨਸਾ, ਬੀਚੇ ਨਿਕਸੇ ਸਾਸ। ਮਾਇਆ ਇਕੱਠੀ ਕਰਦੇ ਆ, ਜੀਵਨ ਹੈ ਸਾਡਾ ਗੁਜ਼ਰ ਜਾਂਦਾ ਹੈ, ਬੀਤ ਜਾਂਦਾ ਹੈ, ਪਰ ਮਿਲਦਾ ਕਰਮਾਂ ਨਾਲ ਹੀ ਹੈ। ਕਹਿੰਦੇ ਧਨ ਉਸਦਾ ਦਿੱਤਾ ਹੈ। ਅਤੇ ਧਨ ਦਾ ਦੂਸਰਾ ਮਤਲਬ ਹੈ ਜਵਾਨ ਇਸਤਰੀ, ਪਤਨੀ। ਜਿਵੇਂ ਬਾਣੀ ਚਾਹੁੰਦਾ ਹੈ ਨਾ, ਜੇ ਧਨ ਕੰਤ ਨਾ ਭਾਵਈ ਤਾਂ ਸਭ ਅਡੰਬਰ ਕੂੜ। ਇੱਥੇ ਘਰ ਵਾਲੀ ਨੂੰ ਧਨ ਕਿਹਾ ਹੈ। ਕਹਿੰਦੇ ਇਹ ਧਨ, ਇਹ ਘਰ ਵਾਲੀ ਵੀ ਉਸ ਪਰਮੇਸ਼ਵਰ ਨੇ ਦਿੱਤੀ ਹੈ। ਇੱਕ ਜਗ੍ਹਾ ਧਨ ਦਾ ਮਤਲਬ ਰੂਹ ਵੀ ਆਇਆ ਹੈ, ਇਹ ਜੋਤ ਵੀ ਆਇਆ ਹੈ। ਢਾਹੇ ਮੜੋਲੀ ਲੂਟਿਆ ਦੇਹੁਰਾ, ਸਾ ਧਨ ਪਕੜੀ ਏਕ ਜਨਾ। ਕਹਿੰਦੇ ਇਹ ਸਰੀਰ ਦਾ ਜਿਹੜਾ ਕਿਲਾ ਹੈ ਨਾ, ਇਹ ਜਮਾ ਢਾਹ ਸੁੱਟਿਆ, ਅਤੇ ਉਹ ਵਿੱਚੋਂ ਜਿਹੜੀ ਜੋਤ ਸੀ, ਰੂਹ ਸੀ, ਸਾ ਧਨ ਪਕੜੀ ਏਕ ਜਨਾ, ਉਹ ਇਕੱਲੀ ਕਾਬੂ ਆ ਗਈ ਜਮਾ ਦੇ। ਸੋ ਪਰਮਾਤਮਾ ਨੇ ਧਨ ਦਿੱਤਾ, ਸੰਪਤੀ ਦਿੱਤੀ, ਮਾਇਆ ਦਿੱਤੀ, ਘਰ ਵਾਲੀ ਦਿੱਤੀ, ਇਹ ਜਿਸਮ ਚੱਲਦਾ ਰਵੇ ਉਹ ਰੂਹ ਦਿੱਤੀ। ਸਰੀਰ ਨੂੰ ਵੀ ਧਨ ਕਿਹਾ ਜੇ। ਇੱਕ ਜਗ੍ਹਾ ਬਾਣੀ ਦੇ ਵਿੱਚ, ਜਾ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ
ਰਾਲ ਸਾਥੀ ਜੋਤ ਨੂੰ ਕਿਹਾ, ਕਹਿੰਦੇ ਜੋਤ ਚਲੀ ਗਈ, ਇਹ ਧਨ ਇਹ ਸਰੀਰ ਮਿੱਟੀ ਹੋ ਜਾਂਦਾ ਹੈ। ਸੋ ਇਹ ਸਰੀਰ ਵੀ ਉਸਨੇ ਦਿੱਤਾ ਹੈ। ਅੱਛਾ, ਧਨ ਦਾ ਮਤਲਬ ਧੰਨਯ ਹੈ, ਜੋ ਸਲਾਹੁਣ ਯੋਗ ਹੈ, ਜਿਹਦੀ ਵਡਿਆਈ ਹੈ। ਜਿਵੇਂ ਬਾਣੀ ਵਿੱਚ ਆਉਂਦਾ ਹੈ ਨਾ, ਧਨ ਸੇਵਾ ਸੇਵਕ ਪਰਵਾਨ। ਧਨ ਨੇ ਅਕਾਲ ਪੁਰਖ ਦੀ, ਗੁਰੂ ਪਰਮੇਸ਼ਰ ਦੀ ਸੇਵਾ ਕਰਨ ਵਾਲੇ। ਸੋ ਇੱਥੇ ਧਨ ਦਾ ਮਤਲਬ ਵਡਿਆਈ ਹੈ। ਜੇ ਤੇਰੀ ਬੱਲੇ ਬੱਲੇ ਹੈ ਨਾ ਦੁਨੀਆ ਵਿੱਚ, ਇਹ ਕੀਰਤੀ ਵੀ ਪਰਮਾਤਮਾ ਦੀ ਬਖਸ਼ੀ ਹੋਈ ਹੈ। ਕੋਈ ਬੰਦਾ ਚਾਹੁੰਦਾ ਉਹਦੀ ਦੁਨੀਆ 'ਤੇ ਨਿੰਦਾ ਹੋਵੇ? ਕੋਈ ਨਹੀਂ ਚਾਹੁੰਦਾ। ਪਰ ਸਾਰਿਆਂ ਨੂੰ ਵਡਿਆਈ ਨਹੀਂ ਮਿਲਦੀ। ਅਕਾਲ ਪੁਰਖ ਦੀ ਮਿਹਰ ਹੋਵੇ ਤੇ ਵਡਿਆਈ ਮਿਲਦੀ ਹੈ, ਨਹੀਂ ਤੇ ਬਹੁਤੀਆਂ ਤੇ ਲਾਹਨਤਾਂ ਹੀ ਖੱਟਦੇ ਨੇ ਲੋਕ। ਕਹਿੰਦੇ ਤੈਨੂੰ ਉਸ ਅਕਾਲ ਪੁਰਖ ਨੇ ਤਨ ਦਿੱਤਾ, ਧਨ ਦਿੱਤਾ, ਤਾ ਸਿਓ ਨੇਹੋ ਨਾ ਕੀਨ। ਇੰਨਾ ਕੁਝ ਪ੍ਰਮਾਤਮਾ ਪਾਸੋਂ ਪ੍ਰਾਪਤ ਕੀਤਾ ਹੀ, ਫਿਰ ਵੀ ਪ੍ਰਮਾਤਮਾ ਦੇ ਪ੍ਰਤੀ ਕੋਈ ਸਨੇਹ ਨਹੀਂ ਹੈ, ਕੋਈ ਪਿਆਰ ਨਹੀਂ ਹੈ ਤੇਰੇ ਅੰਦਰ, ਤੂੰ ਨੇਹ ਨਹੀਂ ਕਰਦਾ ਉਹਦੇ ਨਾਲ। ਸੋ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸਮਝਾਉਂਦੇ ਨੇ, ਬੜਾ ਕੁਝ ਤੈਨੂੰ ਬਖਸ਼ਿਆ ਹੈ ਅਕਾਲ ਪੁਰਖ ਨੇ। ਪੈਸਾ ਦਿੱਤਾ ਹੈ, ਸੁੰਦਰ ਸਰੀਰ ਦਿੱਤਾ ਹੈ, ਪਰਿਵਾਰ ਦਿੱਤਾ ਹੈ, ਵਡਿਆਈ ਦਿੱਤੀ ਹੈ, ਬੜੇ ਬੜੇ ਰੁਤਬੇ ਦਿੱਤੇ ਨੇ, ਤੇ ਕਦੇ ਵੀ ਉਹਦਾ ਤੂੰ ਸ਼ੁਕਰਾਨਾ ਨਹੀਂ ਕਰਦਾ, ਕਦੇ ਵੀ ਉਹਦੇ ਗੀਤ ਨਹੀਂ ਗਾਉਂਦਾ। ਜਦੋਂ ਉਹਦੀ ਕਰਨੀ ਵੱਲ ਵੇਖੀਦਾ ਹੈ ਨਾ, ਕਦੇ ਮਾਂ ਦੇ ਗਰਭ ਤੋਂ ਲੈ ਕੇ ਅੱਜ ਜਿੱਥੇ ਤੁਸੀਂ ਪਹੁੰਚੇ ਹੋ, ਸੋਚਿਓ ਵੀ ਉਹਨੇ ਕੀ ਕੁਝ ਦਿੱਤਾ ਹੈ ਸਾਨੂੰ। ਰਾਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਇਹਦਾ ਮਤਲਬ ਸਮਝਿਓ। ਕਹਿੰਦੇ ਅਕਾਲ ਪੁਰਖ ਦੇ ਕੀਤੇ ਹੋਏ ਗੁਣ, ਕੀਤੇ ਹੋਏ ਉਪਕਾਰ, ਉਹਨਾਂ ਦਾ ਚੇਤਾ ਕਰ। ਕਹਿੰਦੇ ਤੇਰਾ ਵਜੂਦ ਕੀ ਸੀ? ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਮੂਲ ਵੇਖੋ ਕੀ ਹੈ ਬੰਦੇ ਦਾ, ਪਿਤਾ ਦੇ ਮੈਲੇ ਕਤਰੇ ਤੋਂ, ਪਲੀਤ ਕਤਰੇ ਤੋਂ, ਮਾਤਾ ਦੀ ਰਗ ਤੋਂ। ਕਹਿੰਦੇ ਕਿੱਡਾ ਸੁੰਦਰ ਸਰੀਰ ਉਹਨੇ ਤੈਨੂੰ ਬਖਸ਼ਿਆ ਹੈ ਤੇ ਪਲੀਤ ਕਤਰੇ ਦੀ ਦੇਣ ਹੈ ਨਾ ਸਰੀਰ ਹੈ। ਮਹਾਰਾਜ ਕਹਿੰਦੇ ਨੇ, ਦੇਖੋ ਉਸਨੇ ਜਿਨ ਤੂੰ ਸਾਜ ਸਵਾਰ ਸਿਗਾਰਿਆ। ਪਲੀਤ ਕਤਰੇ ਤੋਂ ਉਹਨੇ ਇੱਕ ਹੱਡੀਆਂ ਦਾ ਢਾਂਚਾ ਬਣਾਇਆ। ਹੱਡੀਆਂ ਦਾ ਢਾਂਚਾ ਬਣਾ ਕੇ ਨਾ, ਸਾਜ ਕੇ ਉਹਨੂੰ ਸਵਾਰਿਆ ਹੈ। ਨਾੜੀਆਂ ਲਾਈਆਂ, ਮਾਸ ਦੇ ਲੋਥੜੇ ਲਾਏ, ਜੋੜ ਲਾਏ। ਫਿਰ ਉਹਨੇ ਤੀਸਰਾ ਕਦਮ ਇਹ ਚੁੱਕਿਆ ਹੈ, ਸਿਗਾਰਿਆ। ਇਹ ਸੁੰਦਰ ਮਾਸ ਉੱਪਰ ਲਾਇਆ ਹੈ ਸ਼ਿੰਗਾਰਨ ਦੇ ਲਈ। ਦੇਖੋ ਤੁਸੀਂ ਜੇ ਇੱਟਾਂ ਦਾ ਢਾਂਚਾ ਖੜਾ ਕਰ ਦਿਓ ਤੇ ਉਹ ਮਹਿਲ ਜਚੇਗਾ ਨਹੀਂ। ਉਹਨੂੰ ਪਲਸਤਰ ਕਰੋਗੇ ਤੇ ਉਹਦੀ ਫੱਬ ਵੱਧ ਜਾਵੇਗੀ। ਫਿਰ ਕੋਈ ਇੰਟੀਰੀਅਰ ਡਿਜ਼ਾਈਨਰ ਲਾਓਗੇ, ਕੋਈ ਰੰਗ ਰੂਪ ਉਹਦਾ ਹੋਰ ਬਦਲੇਗਾ। ਜੇ ਸਾਜ ਕੇ ਹੀ ਛੱਡ ਦਿਓ ਤੇ ਗੱਲ ਨਹੀਂ ਬਣੇਗੀ। ਜੇ ਸਵਾਰ ਕੇ ਹੀ ਛੱਡ ਦਿਓ ਤੇ ਫਿਰ ਵੀ ਉਹਨਾਂ ਸੁੰਦਰ ਨਹੀਂ ਜਾਪਦਾ। ਜਦੋਂ ਸ਼ਿੰਗਾਰਦੇ ਹੋ ਨਾ, ਚੰਗਾ ਰੰਗ ਕਰਦੇ ਹੋ, ਚੰਗਾ ਫਰਨੀਚਰ ਰੱਖਦੇ ਹੋ, ਬਾਰੀਆਂ ਬੂਹੇ ਲਾਉਂਦੇ ਹੋ, ਉਹਦਾ ਰੂਪ ਹੀ ਬੜਾ ਨਵੇਕਲਾ, ਨਵੀਨ, ਸੁੰਦਰ ਪਿਆ ਜਾਪਦਾ ਹੈ। ਮੂਲ ਕੀ ਸੀ ਵੇਖੋ, ਇੱਟਾਂ ਤੇ ਗਾਰਾ, ਇੱਟਾਂ ਤੇ ਸੀਮੈਂਟ, ਬਣਾ ਕਿੱਡਾ ਸੁੰਦਰ ਦਿੱਤਾ ਹੈ ਮਹਿਲ। ਮੂਲ ਕੀ ਹੈ? ਪਲੀਤ ਕਤਰਾ, ਮੈਲਾ ਕਤਰਾ, ਲਹੂ ਦਾ ਕਤਰਾ। ਔਰ ਕਹਿੰਦੇ ਏਡਾ ਵੱਡਾ ਉਹ ਕਾਰੀਗਰ ਹੈ, ਐਸੇ ਮੈਲੇ ਕਤਰੇ ਤੋਂ ਏਡਾ ਸੁੰਦਰ ਸਰੀਰ ਉਸਨੇ ਤਿਆਰ ਕਰ ਦਿੱਤਾ। ਇੱਕ ਜਗ੍ਹਾ ਹੋਰ ਬਾਣੀ ਵਿੱਚ ਆਉਂਦਾ ਹੈ, ਜਿਨ ਕੀਤਾ ਮਾਟੀ ਤੇ ਰਤਨ, ਗਰਭ ਮਹਿ ਰਾਖਿਆ ਜਿਨ ਕਰ ਯਤਨ। ਮਿੱਟੀ ਤੋਂ ਰਤਨ ਪੈਦਾ ਕਰ ਦਿੱਤਾ, ਪੰਜਾਂ ਤੱਤਾਂ ਤੋਂ ਕੀਮਤੀ ਸਰੀਰ ਪੈਦਾ ਕਰ ਦਿੱਤਾ, ਫਿਰ ਗਰਭ ਦੇ ਵਿੱਚ ਰੱਖਿਆ ਹੈ। ਇਸ ਗੱਲ ਵੱਲ ਧਿਆਨ ਦਿਓ, ਇਹ ਜਿਹੜੀ ਗਰਭ ਦੀ ਅੱਗ ਹੈ ਨਾ, ਪੇਟ ਦੀ ਅੱਗ ਹੈ, ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ, ਸਾਇੰਸ ਦਾ ਯੁੱਗ ਹੈ, ਇਹਦਾ ਟੈਂਪਰੇਚਰ ਬੜਾ ਹਾਈ ਹੁੰਦਾ ਹੈ, ਸੇਕ ਬੜਾ ਹੁੰਦਾ ਹੈ ਅੰਦਰ। ਇੰਨਾ ਸੇਕ ਹੈ ਵੀ 2-2.5 ਕਿਲੋ ਚੌਲ ਛਕ ਲਓ, ਕੋਈ ਭੋਜਨ ਪਦਾਰਥ ਛਕ ਲਓ, 1.5-2 ਘੰਟੇ ਲੱਗਦੇ ਨੇ, ਰਾਖ ਬਣਾ ਦਿੰਦੀ ਹੈ ਪੇਟ ਦੀ ਅਗਨੀ।
गंदगी बन के निकल जाता है भोजन। जिथे पत्थरां वर्गा भोजन गल जाता है 1.5-2 घंटियां दे विच, ये किड्डा एहसान है तेरे उत्ते भी 9-10 महीने उस गर्भ दे विच तेरे फुल्लां वर्गे शरीर नूं सेक नहीं लगन दिंदा। ये उहदी किरपा है। दूसरा पक्ष 9-10 महीने पुट्ठे लड़के रहना। पुट्ठा ही हुंदा है ना माई दे पेट विच बच्चा, जदों आगाज़ हुंदा है तो पहलां सिर ही बाहर आउंदा है ना। हुण तुसीं 2-3 दिन किसी बंदे नूं पुट्ठा टंग दिओ खां भला, तो वेखांगे भी बचदा है कि नहीं। ब्लड दा फ्लो ही इन्ना चल पैना, उदां ही नसां नुसां पाट जाणियां ने। ये उहदा एहसान है, उहदी किरपा है। उहने यतन कीता तैनूं रखण दा, क्योंकि तू उसनूं याद करदा सी। उदों तेरे अंदर विकार नहीं सन, तेरे शरीर विच वो बरकत नहीं सी भी विकारां विच ग्रसिया जांदा। सो महाराज कहंदे उन्हें साज सवार शिंगारन तो बाद इस शरीर की हिफाजत की है भी गल साड़ी ना जावे। ते जिन्हां ते नज़र उपट्ठी कर लैंदा है ना, कहंदे वो गर्भ चों गले ही बाहर आउंदे ने, उन्हां नूं पैदा नहीं होण दिंदा। कई जन्म गर्भ हिर खरिया। इत्थे महाराज कहंदे ने जिहड़ा 6-7 महीनिਆਂ ਦਾ बालक बाहर आ जावे ना, ਉਹਨੂੰ हिरना कहंदे ने। ते जिहड़ा 3-4 ਮਹੀਨਿਆਂ ਦਾ ही पानी बन के बच्चा माँ दे पेट चों बाहर आ जावे, उसनूं खरिया कहंदे ने। खुर गया, मिट गया। ਉਹਦੀ किरपा सी ते बचिया ਰਿਹਾ है, ते जिस दे किरपा नहीं सी वो गल गया, वो सड़ गया, वो गर्भ विच ही खत्म कर दिता गया। जे नवां नरोआ है ना, ते याद रखिया कर, गर्भ अगन मह जिन्हें उभारिया, तैनूं उसने गर्भ चों उभारिया है, रखिया। इन द फायर ऑफ द वूम ही प्रिजर्वड यू, तैनूं बचाया है उसने। खैर तेरा आगाज़ होया। हुण मुश्किल ये है भी छोटा बच्चा पैदा होया, बच्चा भोजन नहीं छक सकता, क्योंकि हजे वो बरकत नहीं है ना शरीर विच, वो पाचन शक्ति नहीं है। महाराज ने ਇਹਦੇ पैदा होण ते समय ਇਹਦੇ ਲਈ प्रबंध कीता है दुध दा। मां नूं दुध सिम पिया। बाणी दा फरमान है, बार बेवस्ता तुझै प्यारा दूध। तू दुध दे आसरे सी, क्योंकि बचपन ऐसा है आसरा दुध का ही हुंदा है। वैसे बड़ी मुश्किल है, भोजन कर नहीं सकता, छक नहीं सकता, पाचन शक्ति वो है नहीं है, दुध तो बिना मिट जाएगा। खीर आधार बारिक जब होता, बिन खीरा रहन ना जाई। बच्चे का आसरा दुध है, दुध तो बिना वो रह नहीं सकता। उन्हें दुध का भी प्रबंध किया। हुण जवानी विच पैर रखिया है तू, हड्डां नूं बरकत दिती उसने। भर जोबन भोजन सुख सूद, तैनूं सोझी दिती है दुनिया की, सुखां की सूझ दिती है उसने, जीवन बतीत करन दी। तैनूं उसने सियाणप बख्शी है, जुगती बख्शी है। जदों बाल अवस्था विच तू कमाउण खाण जोगा नहीं सी, ते तेरा प्रबंध मां दे राही कर दिता। अज तेरे हड्डां नूं बरकत दिती है, तू कमा सकदा है, तू खा सकदा है। तैनूं जोबन दिता, तैनूं चंगी समझ दिती। महाराज कहंदे अगे भी प्रबंध कीता है। जदों हड्डां विच बल ना रहा, बुढ़ा हो गया, वो जाणदे ने हुण आप कुछ नहीं कर सकेगा, ना किरत करन जोगा ही है, कमा के खाण जोगा नहीं है। कईयां दा शरीर जवाब दे जाता है, वो बुरकी नहीं तोड़न जोगे रहिंदे। अगला एहसान सुनो उसदा, कहंदे बिरद भया ऊपर साख सैन, मुख अपियाओ बैठ कहो दैन। तैनूं भाव संबंधी दिते, बच्चे दिते, रिश्तेदार दिते, सज्जण दिते, भी बुढ़े कोलों हुण बुरकी नहीं टुटदी, हुण भोजन नहीं छकण जोगा रहा। मुख अपियाओ बैठ को दैन,
ਇਹਦੇ ਬੈਠੇ ਦੇ ਹੀ ਮੂੰਹ ਵਿੱਚ ਬੁਰਕੀਆਂ ਪਾਈ ਜਾਓ। ਹੁਣ ਇਹ ਵੀ ਪ੍ਰਬੰਧ ਉਸਨੇ ਕੀਤਾ ਹੈ। ਅਤੇ ਥੋੜ੍ਹਾ ਜਿਹਾ ਇਹ ਜਿਹੜੀ ਯੰਗ ਜਨਰੇਸ਼ਨ ਹੈ ਨਾ, ਇਸ ਪੰਕਤੀ ਨੂੰ ਧਿਆਨ ਨਾਲ ਵਿਚਾਰੇ। ਜਦੋਂ ਤੁਹਾਡੇ ਵਿੱਚ ਬਰਕਤ ਨਹੀਂ ਸੀ, ਤੁਸੀਂ ਬੱਚੇ ਸੀ, ਅਤੇ ਇਹਨਾਂ ਮਾਪਿਆਂ ਨੇ ਤੁਹਾਡੇ ਮੂੰਹ ਬੁਰਕੀਆਂ ਪਾਈਆਂ ਨੇ। ਅੱਜ ਇਹਨਾਂ ਦਾ ਜਿਹੜਾ ਸੁਭਾਅ ਹੈ ਨਾ, ਉਹ ਬੱਚਿਆਂ ਵਰਗਾ ਹੋ ਗਿਆ। ਇਹ ਬਜ਼ੁਰਗ ਹੋ ਗਏ ਨੇ, ਹੱਡਾਂ ਵਿੱਚ ਬਲ ਨਹੀਂ ਰਿਹਾ, ਜਿਵੇਂ ਤੁਹਾਡੇ ਵਿੱਚ ਬਲ ਨਹੀਂ ਸੀ ਜਦੋਂ ਤੁਸੀਂ ਬੱਚੇ ਸੀ। ਅਤੇ ਤੁਹਾਡੀ ਡਿਊਟੀ ਕੀ ਆ? ਮੁਖ ਅਪਿਆਓ ਬੈਠ ਕਹੋ ਦੈਨ। ਇਹਨਾਂ ਨੂੰ ਬੁਰਕੀਆਂ ਦਿਓ, ਇਹਨਾਂ ਨੂੰ ਘਰੋਂ ਨਾ ਕੱਢੋ ਵੀ ਇਹਨਾਂ ਦੇ ਹੱਡਾਂ ਵਿੱਚ ਹੁਣ ਬਲ ਨਹੀਂ ਰਿਹਾ, ਇਹ ਕਮਾਉਣ ਜੋਗੇ ਨਹੀਂ ਰਹੇ। ਜੇ ਇਸ ਬਾਣੀ 'ਤੇ ਸਾਡਾ ਸਮਾਜ ਵਿਚਾਰ ਕਰੇ ਨਾ, ਇਸ ਸਿੱਖਿਆ ਨੂੰ ਹਿਰਦੇ ਵਿੱਚ ਟਿਕਾ ਲਵੇ, ਅਤੇ ਸ਼ਾਇਦ ਦੁਨੀਆ 'ਤੇ ਕੋਈ ਬਿਰਧ ਆਸ਼ਰਮ ਨਹੀਂ ਰਹੇਗਾ। ਪਰ ਅਸੀਂ ਅਹਿਸਾਨ ਫਰਾਮੋਸ਼ ਹਾਂ। ਜਿਨ੍ਹਾਂ ਸਾਨੂੰ ਬੁਰਕੀਆਂ ਦੇ ਦੇ ਪਾਲਿਆ ਹੈ, ਉਹਨਾਂ ਨੂੰ ਘਰੋਂ ਕੱਢ ਦਿੰਦੇ ਹਾਂ ਅਸੀਂ। ਇੱਥੇ ਲੱਖ ਕੋਈ ਤੁਹਾਡੀ ਵਡਿਆਈ ਕਰੀ ਜਾਵੇ, ਦਰਗਾਹ 'ਚ ਇਹਦੀ ਸਜ਼ਾ ਮਿਲੇਗੀ, ਔਰ ਕੋਈ ਬਚਾਉਣ ਵਾਲਾ ਨਹੀਂ ਹੈ। ਲੱਖ ਤੂੰ ਦੁਨੀਆ ਕੇ ਟੌਰ ਟਪੱਕਾ ਬਣਾ ਵੀ ਬੜਾ ਦਾਨੀ ਹੈ, ਬੜਾ ਜੀ ਸਮਾਜ ਸੁਧਾਰਕ ਬੰਦਾ ਹੈ, ਬੜੀ ਗੱਲਬਾਤ ਹੈ, ਵੱਡਾ ਲੀਡਰ ਹੈ। ਜਿਨ੍ਹਾਂ ਦੀ ਸਾਂਭ ਕਰਨੀ ਸੀ ਉਹ ਬਿਰਧ ਆਸ਼ਰਮ ਛੱਡੀ ਬੈਠਾ ਹੈ। ਜਿਨ੍ਹਾਂ ਦੇ ਮੂੰਹ ਵਿੱਚ ਬੁਰਕੀਆਂ ਪਾਉਣੀਆਂ ਸੀ ਉਹਨਾਂ ਨੂੰ ਘਰੋਂ ਕੱਢਿਆ ਹੈ। ਅਤੇ ਕਾਹਦੀ ਸਮਾਜ ਸੇਵਾ ਹੈ ਤੇਰੀ? ਲੋਕ ਤੇਰੀ ਵਾਹ ਵਾਹ ਕਰ ਸਕਦੇ ਨੇ, ਖੁਦਾਇਆ ਦੇ ਦਰ ਉੱਤੇ ਲਾਹਨਤਾਂ ਨੇ। ਇਸ ਗੱਲ ਦਾ ਖਿਆਲ ਰੱਖੀ। ਮੁਖ ਅਪਿਆਓ ਬੈਠ ਕਉ ਦੈਨ। ਤੂੰ ਬੁੱਢਾ ਹੋਇਆ, ਤੇਰੇ ਮੂੰਹ ਵਿੱਚ ਬੁਰਕੀਆਂ ਪਾਉਣ। ਪਰਿਵਾਰ ਦਾ ਪ੍ਰਬੰਧ ਕੀਤਾ ਅਕਾਲ ਪੁਰਖ ਨੇ। ਇਤਨੇ ਉਹਦੇ ਅਹਿਸਾਨ ਨੇ, ਇੰਨੀ ਉਹਦੀ ਸਾਡੇ 'ਤੇ ਕਿਰਪਾ ਹੈ। ਅੱਗੇ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਹੁਣ ਬੰਦੇ ਦੀ ਸੱਚਾਈ ਬਿਆਨ ਕਰਦੇ ਹੋਏ ਕਹਿੰਦੇ, ਪਰ ਇਹ ਤੇਰੇ ਗੁਣ ਨੂੰ ਜਾਣਦਾ ਹੀ ਨਹੀਂ ਹੈ। ਅਕ੍ਰਿਤਕਣ ਬੰਦਾ ਕਦੇ ਬੁਰਕੀ ਤੋੜਨ ਲੱਗਾ ਸ਼ੁਕਰਾਨਾ ਨਹੀਂ ਕਰਦਾ। ਪਰਮਾਤਮਾ ਤੇਰਾ ਬਖਸ਼ਿਆ ਧਨ ਹੈ, ਤੇਰੇ ਬਖਸ਼ੇ ਖਜ਼ਾਨੇ ਨੇ। ਇਹ ਤਾਂ ਹੀ ਕਮਾ ਸਕਿਆ ਕਿਉਂਕਿ ਇਹ ਅੰਗ ਚੱਲਦੇ ਦਿੱਤੇ ਨੇ ਤੂੰ। ਇੱਥੇ ਲੰਗੇ ਲੂਲੇ ਵੀ ਪੈਦਾ ਕਰ ਦਿੰਦਾ। ਸੋ ਇਸ ਗੱਲ ਦਾ ਖਿਆਲ ਰੱਖਿਆ ਕਰੋ। ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤਉ ਨਾਨਕ ਸਿਜੈ। ਇਹ ਨਿਗੁਣਾ ਬੰਦਾ, ਇਹ ਗੁਣਾ ਤੋਂ ਹੀਣਾ ਬੰਦਾ, ਨੇਕੀ ਵਿਹੂਣਾ ਬੰਦਾ, ਤੇਰੇ ਅਹਿਸਾਨਾਂ ਨੂੰ ਯਾਦ ਨਹੀਂ ਰੱਖਦਾ, ਤੇਰੇ ਉਪਕਾਰਾਂ ਨੂੰ ਯਾਦ ਨਹੀਂ ਰੱਖਦਾ। ਅਤੇ ਮਹਾਰਾਜ ਸਾਡੇ ਲਈ ਫਰਿਆਦ ਕਰਦੇ ਨੇ ਆਪਣੇ ਨਿਰਗੁਣ ਸਰੂਪ ਅਕਾਲ ਪੁਰਖ ਅੱਗੇ, ਇਹਨਾਂ ਨੂੰ ਬਖਸ਼ ਲਈ। ਇਹ ਭੁੱਲੇ ਹੋਏ ਲੋਕ ਨੇ, ਇਹਨਾਂ ਨੂੰ ਪ੍ਰੇਰੇ ਤੇਰੇ ਗੀਤ ਗਾਉਣ। ਇਹ ਅਕ੍ਰਿਤ ਘਣਤਾ 'ਤੇ ਉਤਰੇ ਰਹਿੰਦੇ ਨੇ। ਰੰਚਕ ਮਾਤਰ ਸਾਡੀ ਕੋਈ ਮਦਦ ਕਰੇ ਨਾ, ਅਤੇ ਅਸੀਂ ਧੰਨਵਾਦ ਨਾ ਕਰੀਏ, ਅਤੇ ਉਹ ਗਿਲਾ ਕਰਦਾ ਹੈ। ਅਤੇ ਸਮਝ ਆਪਾਂ ਨੂੰ ਵੀ ਹੈ ਵੀ ਅਸੀਂ ਸ਼ੁਕਰਾਨਾ ਨਹੀਂ ਕਰ ਪਏ, ਗੁੱਸੇ ਹੋ ਗਿਆ ਹੈ। ਆ ਮਾੜਾ ਜਿਹਾ 5 ਰੁਪਈਆਂ ਦਾ ਰੁਮਾਲ ਡਿੱਗ ਪਵੇ ਨਾ, ਅਤੇ ਕੋਈ ਚੋਕੇ ਫੜਾ ਦੇਵੇ, ਅਤੇ ਜੇ ਉਹਦਾ ਸ਼ੁਕਰੀਆ ਦਾ ਨਾ ਕਰੀਏ, ਥੈਂਕ ਯੂ ਨਾ ਆਖੀਏ, ਅਤੇ ਉਹ ਅੱਖਾਂ ਕੱਢਦਾ ਹੈ ਵੀ ਇਹਨੂੰ ਅਕਲ ਹੀ ਨਹੀਂ ਹੈ, ਮੈਂ ਇਹਦੀ ਕੋਈ ਮਦਦ ਕੀਤੀ ਹੈ। ਅਤੇ ਖੁਦ ਖੁਦਾ ਨੇ ਇੰਨਾ ਕੁਝ ਬਖਸ਼ਿਆ ਹੈ, ਅਤੇ ਕਦੇ ਸ਼ਰਮ ਨਹੀਂ ਆਉਂਦੀ ਵੀ ਉਹਦਾ ਸ਼ੁਕਰਾਨਾ ਹੀ ਕਰ ਲਿਆ ਕਰੀਏ। ਜਪਜੀ ਸਾਹਿਬ ਪੜ੍ਹ ਕੇ ਉਹਦੇ ਗੀਤ ਹੀ ਗਾ ਲਿਆ ਕਰੀਏ। ਪਰ ਮਹਾਰਾਜ ਕਹਿੰਦੇ, ਦੁਨੀਆ ਦੇ ਪਦਾਰਥਾਂ ਵਿੱਚ, ਮਾਇਆ ਦੇ ਰਸਾਂ ਵਿੱਚ ਸ਼ੁਕਰਾਨਾ ਕਰਨਾ ਉਹਦਾ ਭੁੱਲ ਜਾਂਦਾ ਹੈ। ਲਾਮੇ ਜ਼ਰੂਰ ਦਿੰਦਾ ਹੈ ਵੀ ਆਹ ਨਹੀਂ ਦਿੱਤਾ, ਉਹ ਨਹੀਂ ਦਿੱਤਾ। ਇਹ ਨਹੀਂ ਯਾਦ ਰੱਖਦਾ ਵੀ ਔਕਾਤ ਨਾਲੋਂ ਜੋ ਦਿੱਤਾ ਹੈ ਵੱਧ ਦਿੱਤਾ ਹੈ। ਮਹਾਰਾਜ ਕਹਿੰਦੇ, ਇਹਨਾਂ ਨੂੰ ਬਖਸ਼ ਲੈ। ਗੁਰੂ ਨੇ ਤਾਂ ਇਹੀ ਗੱਲ ਕਰਨੀ ਹੈ ਨਾ, ਗੁਰੂ ਨੇ ਤਾਂ ਸਾਡਾ ਭਲਾ ਹੀ ਮੰਗਣਾ ਹੈ। ਇਹ ਗੱਲ ਵੱਖਰੀ ਹੈ ਵੀ ਪਰਮੇਸ਼ਵਰ ਦਿਖਦਾ ਨਹੀਂ, ਪਰ ਝੋਲੀਆਂ ਉਹੀ ਭਰਨ ਵਾਲਾ ਹੈ। ਅਮਜਦ ਹੈਦਰਾਬਾਦੀ ਨੇ ਇੱਕ ਸ਼ੇਰ ਕਿਹਾ ਸੀ। ਉਹ ਕਹਿੰਦਾ, ਝੋਲੀਆਂ ਸਭ ਕੀ ਭਰਤੀ ਜਾਤੀ ਹੈ, ਦੇਣੇ ਵਾਲਾ ਨਜ਼ਰ ਨਹੀਂ ਆਤਾ। ਝੋਲੀਆਂ ਉਹੀ ਹੈ ਸਭ ਦੀਆਂ ਭਰਨ ਵਾਲਾ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ, ਦਿੰਦਿਆਂ ਟੋਟ ਨਾ ਆਵਈ ਅਗੰਤ ਭਰੇ ਭੰਡਾਰ। ਇਹ ਗੱਲ ਵੱਖਰੀ ਹੈ, ਉਹ ਨਜ਼ਰੀ ਨਹੀਂ ਆਉਂਦਾ। ਇੱਕ ਜਗ੍ਹਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜਿਨ ਦੀਨੀ ਸੋਭਾ ਵਡਿਆਈ, ਤਿਸ ਪ੍ਰਭ ਕਉ 8 ਪਹਿਰ ਤੇ ਆਈ। ਵੇਖ ਤੈਨੂੰ ਕਿੰਨੀ ਵਡਿਆਈ ਦਿੱਤੀ ਹੈ।
ਜਿੰਨੀ ਤੈਨੂੰ ਵਡਿਆਈ ਦਿੱਤੀ ਹੈ ਤੈਨੂੰ ਤੇ ਚਾਹੀਦਾ ਹੈ ਅੱਠੋ ਪਹਿਰ ਹੀ ਉਹਦਾ ਧੰਨਵਾਦ ਕਰਿਆ ਕਰ, ਉਹਦੇ ਗੀਤ ਗਾਇਆ ਕਰ, ਤੇਰੀ ਦੁਨੀਆ ਤੇ ਬੱਲੇ ਬੱਲੇ ਹੈ। ਨਾ ਗੀਤ ਗਾਈਏ ਨਾ, ਜਾਣੇ ਅਣਜਾਣੇ ਵਿੱਚ ਬੰਦੇ ਕੋਲੋਂ ਇੱਦਾਂ ਦਾ ਕਦਮ ਉਹ ਪਟਾ ਲੈਂਦਾ ਹੈ ਵੀ ਸਾਰੀ ਉਮਰ ਬੰਦੇ ਨੂੰ ਲਾਹਨਤਾਂ ਹੀ ਰਹਿ ਜਾਂਦੀਆਂ ਨੇ। ਵਡਿਆਈ ਹੈ ਤੇ ਸ਼ੁਕਰ ਕਰਿਆ ਕਰੋ ਉਹਦਾ, ਉਹ ਵਡਿਆਈ ਕਰਵਾ ਰਿਹਾ ਹੈ। ਅੱਗੇ ਕਹਿੰਦੇ ਨੇ, ਜਿਨ ਕੀਤਾ ਮੂੜ ਤੇ ਬਖਤਾ, ਜਿਨ ਕੀਤਾ ਬੇਸੁਰਤ ਤੇ ਸੁਰਤਾ। ਜਦੋਂ ਸੁਰਤ ਨਹੀਂ ਸੀ ਚੱਲਦੀ ਤੇ ਅਰਦਾਸਾਂ ਕੀਤੀਆਂ ਮਹਾਰਾਜ, ਬੱਚਾ ਪਾਸ ਨਹੀਂ ਹੁੰਦਾ, ਨਾਲ ਦੇ ਸਾਰੇ ਹੀ ਪਾਸ ਹੋ ਜਾਂਦੇ ਨੇ। ਟੀਚਰ ਤੇ ਉਹੀ ਹੈ ਨਾ, ਜਿਹੜੇ 35 ਜਾਣੇ ਨੇ ਜਮਾਤ ਵਿੱਚ 34 ਪਾਸ ਹੋ ਗਏ ਤੇ ਤੁਸੀਂ ਇਲਜ਼ਾਮ ਲਾਓ ਵੀ ਟੀਚਰ ਚੰਗਾ ਨਹੀਂ ਪੜ੍ਹਾਉਂਦਾ। ਇਹ ਤੁਹਾਡੇ ਵਾਲਾ ਹੀ ਨਲਾਇਕ ਹੈ, 34 ਤੇ ਪਾਸ ਹੋ ਗਏ ਨੇ। ਫਿਰ ਅਰਦਾਸਾਂ ਕੀਤੀਆਂ, ਬਾਪੂ ਗੁਰੂ ਤੇਗ ਬਹਾਦਰ ਉੱਚੀ ਮੱਤ ਬਖਸ਼, ਅਗਲੀ ਵਾਰ ਪਾਸ ਹੋ ਗਿਆ ਤੇ ਹੁਣ ਸ਼ੁਕਰਾਨਾ ਕਰ ਨਹੀਂ ਆਏ। ਉਹਨੇ ਸੁਰਤ ਦਿੱਤੀ ਤੈਨੂੰ, ਮੂੜ ਤੋਂ ਚਤੁਰਬਖਤਾ ਬਣਾ ਦਿੱਤਾ, ਮੂਰਖ ਤੋਂ ਵਿਦਵਾਨ ਬਣਾ ਦਿੱਤਾ। ਜੇ ਅਸੀਂ ਕੁਛ ਪ੍ਰਚਾਰਕ ਲੋਕ ਸਟੇਜ 'ਤੇ ਗਲੂਏ ਮੁਬਾਰਕ ਤੋਂ ਬੋਲਦੇ ਹਨ, ਕੋਈ ਕਥਾ ਵਿਚਾਰ ਕਰਦਾ, ਕੋਈ ਕੀਰਤੀ ਗਾਉਂਦਾ ਹੈ, ਕੋਈ ਬਖਤਾ ਹੈ, ਕੋਈ ਬੁਲਾਰਾ ਹੈ, ਕੋਈ ਚਤੁਰਬਖਤਾ ਹੈ, ਤੇ ਇਹ ਸਮਝੋ ਵੀ ਅਕਾਲ ਪੁਰਖ ਦੀ ਕਿਰਪਾ ਹੈ। ਜਿਸ ਦਿਨ ਨਦਰ ਪੱਠੀ ਉਹਦੀ ਹੋ ਗਈ ਉਸ ਦਿਨ ਜ਼ੁਬਾਨ ਨੂੰ ਲਕਵਾ ਵੱਜ ਜਾਣਾ ਹੈ। ਇਹ ਉਹਦੀ ਕਿਰਪਾ ਹੈ, ਇਹ ਆਪਣੇ ਤੇ ਕੋਈ ਮਾਣ ਨਹੀਂ। ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਦੇਖ ਉਹਨੇ ਕੀ ਕੁਝ ਤੈਨੂੰ ਦਿੱਤਾ ਹੈ। ਜਿਸ ਪ੍ਰਸਾਦ ਨਵੈ ਨਿਧ ਪਾਈ, ਸੋ ਪ੍ਰਭ ਮਨ ਤੇ ਬਿਸਰਤ ਨਾਹੀ। ਨੌ ਨਿਧੀਆਂ, ਇਹ ਖਜ਼ਾਨੇ, ਇਹ ਦੌਲਤਾਂ, ਸ਼ੌਹਰਤਾਂ, ਤਖਤੋ ਤਾਜ ਤੈਨੂੰ ਉਸਦੇ ਬਖਸ਼ੇ ਹੋਏ ਨੇ। ਉਹਨੂੰ ਮਨ ਤੋਂ ਭੁਲਾਇਆ ਨਾ ਕਰ, ਉਹਨੂੰ ਵਿਸਾਰਿਆ ਨਾ ਕਰ। ਉਹਨੇ ਹੀ ਸਾਰੀ ਕਿਰਪਾ ਤੇਰੇ ਤੇ ਕੀਤੀ ਹੋਈ ਹੈ। ਆਈ ਹੈਵ ਓਬਟੇਨ ਦਾ 9 ਪਲੇਅਰਸ, ਉਹਦੀ ਕਿਰਪਾ ਨਾਲ ਹੀ ਸਭ ਕੁਝ ਮੈਨੂੰ ਮਿਲਿਆ ਹੈ। ਸੋ ਉਹਦਾ ਸ਼ੁਕਰੀਆ ਅਦਾ ਕਰਨਾ ਹੈ। ਜਿਨ ਕੀਨੀ ਸਭ ਪੂਰਨ ਆਸਾ, ਸਿਮਰੋ ਦਿਨ ਰੈਨ ਸਾਸ ਗਿਰਾਸਾ। ਜਿਹਨੇ ਤੇਰੀ ਹਰ ਆਸਾ ਪੂਰੀ ਕੀਤੀ ਹੈ, ਉਹਨੂੰ ਹਰ ਸਵਾਸ ਨਾਲ ਸਿਮਰਿਆ ਕਰ, ਉਹਦਾ ਧੰਨਵਾਦ ਕਰਿਆ ਕਰ। ਕਦੇ ਬੁਰਕੀ ਤੋੜ ਕੇ ਮੂੰਹ ਵਿੱਚ ਪਾਓ ਤੇ ਵਾਹਿਗੁਰੂ ਆਖ ਲਿਆ ਕਰੋ। ਕਦੇ ਕੁਝ ਮਿਲਦਾ ਹੈ ਤੇ ਵਾਹਿਗੁਰੂ ਆਖ ਲਿਆ ਕਰੋ। ਆਸਾ ਦੀ ਪੂਰਤੀ ਕਰਨ ਵਾਲਾ ਹੈ। ਮਹਾਰਾਜ ਨੇ ਨਾ ਇੱਕ ਜਗ੍ਹਾ ਫਿਰ ਦਾਵਾ ਕੀਤਾ, ਜਿਹੜੇ ਹੰਕਾਰੀ ਲੋਕ ਨੇ ਉਹਨਾਂ ਨੂੰ ਸਮਝਾਉਂਦੇ ਹੋਏ ਆਖਿਆ, ਕਹੋ ਨਾਨਕ ਇਸ ਤੇ ਕਿਛ ਨਾਹੀ, ਰਾਖਨ ਹਾਰੇ ਕਉ ਸਾਲਾਹੀ। ਕਹਿੰਦੇ ਜੇ ਅਕਾਲ ਪੁਰਖ ਆਪਣਾ ਬਲ ਖਿੱਚ ਲਵੇ ਤੇ ਇਹਦੇ ਕੋਲੋਂ ਇੱਕ ਕਦਮ ਨਹੀਂ ਪੁੱਟਿਆ ਜਾਣਾ। ਜੋਤ ਹੀ ਖਿੱਚ ਲਵੇ ਕੀ ਕਰ ਲਓਗੇ। ਨਾਨਕ ਢੇਰੀ ਸ਼ਾਰ ਕੀ, ਵੀ ਫਿਰ ਹੋਈ ਸ਼ਾਰ। ਸਵਾਸ ਖਿੱਚ ਲਵੇ ਤੇ ਕੋਈ ਕਦਮ ਨਹੀਂ ਪੁੱਟ ਸਕਦਾ। ਸੋ ਰਾਖਣ ਹਾਰੇ ਗੋਪਾਲ ਨੂੰ, ਪ੍ਰਭੂ ਨੂੰ ਸਲਾਹਿਆ ਕਰੋ, ਸ਼ੁਕਰੀਆ ਅਦਾ ਕਰੋ ਵੀ ਤੁਹਾਨੂੰ ਸਵਾਸ ਦਿੱਤੇ ਨੇ, ਚੱਲ ਫਿਰ ਸਕਦੇ ਹੋ। ਇਹ ਪਰਿਵਾਰ ਦਿੱਤਾ ਹੈ, ਖੁਸ਼ੀਆਂ ਖੇੜਿਆਂ ਨਾਲ ਰਹਿੰਦੇ ਹੋ। ਮਹਾਰਾਜ ਨੇ ਇੱਕ ਗੱਲ ਕਹੀ, ਕਹਿੰਦੇ ਜਬ ਆਪਣੀ ਜੋਤ ਖਿੰਚਹਿ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਤੂੰ ਖਿੱਚ ਲੇਖਾਂ ਆਪਣੀ ਜੋਤ ਇਹਦੇ ਵਿੱਚੋਂ, ਮੈਂ ਵੇਖਾਂਗਾ ਮਿੱਟੀ ਦਾ ਪੁਤਲਾ ਕਦਮ ਪੁੱਟ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ ਪੁੱਟ ਸਕੇਗਾ। ਸੋ ਇਹ ਨਾ ਦਾਵਾ ਕਰ ਮੈਂ ਕਮਾਇਆ ਹੈ, ਮੇਰੀਆਂ ਸਿਆਣਪਾਂ, ਮੈਂ ਤਖਤੋ ਤਾਜ ਮੱਲੇ ਨੇ, ਨਹੀਂ। ਆ ਜਿਹੜੀ ਆਵਾਜ਼ ਆਈ ਹੈ ਨਾ, ਮੈਂ ਕਮਾਇਆ ਹੈ, ਇਹ ਵੀ ਤਾਂ ਹੀ ਆਈ ਹੈ ਇਸ ਸਰੀਰ ਰੂਪੀ ਦੀਵੇ ਵਿੱਚ ਉਹਦੇ ਸਵਾਸਾਂ ਦਾ ਤੇਲ ਬਲਦਾ ਪਿਆ ਹੈ। ਤੇ ਜਦੋਂ ਤੇਲ ਗਿਆ ਨਾ ਮੁੱਕ, ਇਹ ਜਿਹੜੀ ਵੱਤੀ ਵਾਂਗੂ ਜ਼ੁਬਾਨ ਚੱਲਦੀ ਹੈ, ਇਹ ਬੰਦ ਪੈ ਜਾਣੀ ਹੈ। ਇਹ ਉਹਦੀ ਕਿਰਪਾ ਹੈ। ਉਹਦੀ ਕਿਰਪਾ ਤੋਂ ਬਿਨਾਂ ਪੱਤਾ ਨਹੀਂ ਹਿਲਦਾ, ਉਹਦੀ ਕਿਰਪਾ ਤੋਂ ਬਿਨਾਂ ਨਦਰ ਨਹੀਂ ਚੱਲ ਸਕਦੀ, ਕਦਮ ਨਹੀਂ ਚੱਲ ਸਕਦੇ, ਹਸਤ ਨਹੀਂ ਚੱਲ ਸਕਦੇ, ਸੁਰਤੀ ਨਹੀਂ ਚੱਲ ਸਕਦੀ। ਇਹ ਸਭ ਉਹਦੀ ਕਿਰਪਾ ਹੈ। ਇੱਕ ਸ਼ਾਇਰ ਨੇ, ਦਾਗ ਦੇਹਲਵੀ ਨੇ ਬਚਨ ਕਿਹਾ, ਉਹ ਵਿਦਵਾਨ ਕਹਿੰਦਾ ਹੈ, ਦਾਗ ਕੋ ਕੌਣ ਦੇने वाला था,
जो दिया ए खुदा दिया तूने। इत्थे कौन है देण वाला? एक खुदाया ही है झोलियां भरन वाला। ਉਹਦਾ शुक्रिया अदा करिया करो, ਉਹਦੀ जय जयकार करिया करो, ਉਹਦੀ ਬੱਲੇ ਬੱਲੇ करिया करो। गुरु ग्रंथ साहिब कहते ने महा मोह अंध कूप भरिया, पार ब्रह्म माया पटल बिसरिया। क्यों नहीं याद करदा? नाल ये भी दस दिता है। कहते पदार्थ इन्ने मिल गए, वो पदार्थां दे खूह विच उतर गया इंसान। इन्नी खुशी मिल गई, खुशियां दे कुएं विच ऐसा डुबिया, खुशियां देण वाला ही भुल गया, अकाल पुरख विसर गया। पटल कहंदे ने पड़दे नूं, माया दा पड़दा सुरती ते पै गया ते खुदा ओले हो गया। माया की है? ਉਹ ਪਦਾਰਥ, ਉਹ ਸੁੱਖ ਸਹੂਲਤਾਂ ਜੋ ਤੁਹਾਡੇ ਤੇ ਗੁਰੂ ਤੇਗ ਬਹਾਦਰ ਦੇ ਖੁਦਾਇਆ ਦੇ ਦਰਮਿਆਨ ਆ ਜਾਂਦੀਆਂ ਨੇ, ਜਿਸ ਕਾਰਨ ਤੁਸੀਂ ਗੁਰੂ ਘਰ ਨਹੀਂ ਆ ਪਾਉਂਦੇ, ਜਿਸ ਕਾਰਨ ਤੁਸੀਂ ਨਿਤਨੇਮ ਨਹੀਂ ਕਰ ਪਾਉਂਦੇ। ਹੁਣ ਇਹ ਤੁਸੀਂ ਵੇਖਣਾ ਹੈ ਵੀ ਤੁਹਾਡੇ ਤੇ ਅਕਾਲ ਪੁਰਖ ਦੇ ਦਰਮਿਆਨ ਕਿਹੜੀ ਵਸਤੂ ਹੈ। ਉਹੀ ਮਾਇਆ ਦਾ ਰੂਪ ਹੈ। ਉਹ ਕੋਈ ਵੀ ਹੋ ਸਕਦਾ, ਪਰਿਵਾਰ ਵੀ ਹੋ ਸਕਦਾ, ਕਾਰੋਬਾਰ ਵੀ ਹੋ ਸਕਦਾ ਹੈ, ਪੈਸਾ ਵੀ ਹੋ ਸਕਦਾ ਹੈ। ਇਹ ਸਭ ਮਾਇਆ ਦਾ ਰੂਪ ਨੇ। महाराज गुरु ग्रंथ साहिब ये नहीं कहते भी सब कुछ छड्ड के जंगली दौड़ जाई। ये कहते ने भी जिस दे पदार्थ दिते ने, परिवार दिता है, उन्हों याद कर लिया कर, फिर खुशियां खेड़े बने ही रहणगे। ये जीवन बतीत करन दे साधन ने सारे, परिवार, पैसा, सब कुछ। असी इन्हां नूं मंजिल बना लैने, मंजिल खुदा सी। ਜਦੋਂ ਮੰਜ਼ਿਲ ਬਣ ਜਾਂਦਾ ਹੈ ਕੋਈ ਪਦਾਰਥ, ਕੋਈ ਪਰਿਵਾਰ ਦਾ ਮੈਂਬਰ, ਮੁਸ਼ਕਿਲ ਇਹ ਹੈ ਇਹ ਸਦੀਵੀ ਕੋਲ ਰਹਿਣੇ ਨਹੀਂ ਹੁੰਦੇ। ਜਦੋਂ ਫਿਰ ਇਹ ਸਾਥ ਛੱਡਦੇ ਨੇ ਫਿਰ ਬੰਦਾ ਟੁੱਟ ਜਾਂਦਾ ਹੈ। ਸਦੀਵੀ ਰਹਿਣ ਵਾਲਾ ਖੁਦਾ ਉਹਦੇ ਆਸਰੇ ਹੋਏ ਹੁੰਦੇ, ਨਾ ਉਹ ਸਾਥ ਹੀ ਛੱਡਦਾ ਹੈ, ਨਾ ਉਹ ਧੋਖਾ ਹੀ ਦਿੰਦਾ ਹੈ। ਦੁੱਖ ਸੁੱਖ ਵਿੱਚ ਨਾਲ ਉਹ ਰਹਿਣ ਵਾਲਾ। ਸੋ ਮਹਾਰਾਜ ਕਹਿੰਦੇ ਠੀਕ ਹੈ, ਜੀਵਨ ਬਤੀਤ ਕਰੋ, ਪਰਿਵਾਰ ਮਿਲਿਆ, ਆਨੰਦ ਲਓ, ਪੈਸਾ ਮਿਲਿਆ, ਖਾਓ ਖਰਚੋ, पर जिसने दिता है उन्होंने याद रखो, उहदे गीत गाया करो। तुसी किसी नूं कुछ दे दिओ, झोली पा दिओ, तुहाडा शुक्रिया अदा ना करे तो अगली बार तुसी डांग कढ लैणी भी दौड़ जा इथों, तो फिर कुछ समझ नहीं आउंदा। कदों दे मंग रहे हैं, कदों दियां झोलियां भर रहा है, तो असीं की कर रहे हैं? कदे गीत गाए ने उहदे नहीं गा सके। देंदा दे लैंदे थक पाहे, जुगा जुगंतर खाही खाहे। जुगां जुगां तो उहदा दिता खा रहे हैं, तो उहदे गीत नहीं गा रहे। सो ये मोह दे खूह विच डिग पिया, पदार्थां दे मोह विच पै गया, माया दा पड़दा इहदी सुरती ते पै गया, खुदा इस नूं भुल गया। दात प्यारी विसरिया दातारा, जाणै नाही मरण विचारा। कहंदे दात प्यारी समझ लई, दातां देण वाला इहनूं भुल गया। प्रेम पा लिया ਉਹਦੇ ਦਿੱਤੇ ਫਲਾਂ ਦੇ ਨਾਲ, ਉਹ ਜੜ ਨੂੰ ਭੁੱਲ ਗਏ, ਅਕਾਲ ਪੁਰਖ ਦੇ ਗੀਤ ਨਾ ਗਾਏ। ਹੀ ਫੋਰਗੈਟਸ ਦਾ ਗਿਵਰ, ਦੇਣ ਵਾਲੇ ਨੂੰ ਚਿਤਾਰ ਦਿੱਤਾ। ਇੱਥੇ ਆ ਕੇ ਮਹਾਰਾਜ ਕਹਿੰਦੇ ਮੁਸ਼ਕਿਲ ਖੜੀ ਹੁੰਦੀ ਹੈ। ਅੱਗੇ ਸਮਝਾਉਂਦੇ ਨੇ ਵੱਡਾ ਭਾਗ ਪ੍ਰਭ ਕੀਰਤਨ ਗਾਇਆ, ਸੰਤ ਸੰਗ ਨਾਨਕ ਪ੍ਰਭ पाया। अमृत वेले उठ के विचार करिया करो, सोचिया करो भी की एहसान ने साडे ते, की उपकार ने उहदे। उन्हां उपकारां नूं याद करके गाया करो, फिर जीवन सफला है। फिर गाउण वाले नूं परमेश्वर मिल जाता है, तो जिसनूं परमात्मा मिलता है उसनूं निजात मिलती है, मुक्ति मिलती है, लिबरेशन हासिल हुंदी है उसनूं। ते जिहड़े नहीं गा सकदे उन्हां नूं बाणी कहिंदी है कीया ना जाणै आकिरत घण विच जोनी फिरतै, सभे धिरां निखुटियस हिर लईस धरते। कहंदे जिन्हां अकाल पुरख दे गीत ना गाए वो अकृत कण ने, वो कीते नूं नहीं जाणदे उसदे। ते जिहड़े ओहदी करनी नूं नहीं जाणदे, ਉਹਦੇ ਜਿਹੜੇ ਗੀਤ ਨਹੀਂ ਗਾਉਂਦੇ, ਵਿੱਚ ਜੋਨੀ ਫਿਰਤੇ, ਉਹਨਾਂ ਨੂੰ 84 ਲੱਖ ਜੂਨਾਂ ਵਿੱਚ ਉਹ ਭੇਜ ਦਿੰਦਾ ਹੈ।
the wonders lost in reincarnations। कई जन्म पए कीट पतंगा, कई जन्म गज मीन कुरंगा, लख 84 जोन परमाया। 84 का गेड़ पै जाता है। ना गीत गाउण वालियां दे सिर तो हथ चुक लैंदा है। ते गुरु पातशाह कहंदे ने जदों खुदा ने आसरा चुक लिया तो सारे ही आसरे तेरे छुट जाने ने। सब ने साथ छड्ड देना, हिर लई इस धरती, धरती तो चुक लैणगे तैनूं जम। तेरा आसरा कोई नहीं बनेगा, कोई सपोर्ट नहीं तेरी करेगा। सपोर्ट करने वाला खुदाया ही है। चित आवे उस पार ब्रह्म लगे ना तती, उहदे गीत गाया कर। तुसीं एक बादशाह नूं जाणदे हो, बहादुर शाह जफर, वड्डा विद्वान सी। कहंदा जफर आदमी उसको ना जानिएगा, जफर आदमी उसको ना जानिएगा, वो हो कैसा ही। साहिबे फहम ओ ज़का, साहिबे फहम ओ ज़का, जिसे ऐश में यादे खुदा ना रहा, जिसे तैश में खौफे खुदा ना रहा। ਇਹਦੇ अर्थ समझियो। जफर कहता है वो इंसान ही नहीं है। भाव जदों सुख मिलते ने, आनंद ऐश प्राप्त होंदी है, रब नूं भुल जाता है। तो जदों तैश विच आउंदा है, गुस्से विच आउंदा है, किसी तख्त ते बह जावे, क्रोध विच आउंदा है, तो खुदा दा डर नहीं रखता। भुल जाता है भी खुदा नहीं तख्त दिता है। इत्थे थलां नूं जल विच बदल देना ते जलां नूं थलां विच बदल देना एक निमख मात्र विच हो सकता है। अख दे झमकण जिन्ने समय विच हरण भरण जाका नेत्र फोर। अख दे झमकण जिन्ना समा ही लगता है तख्त खोण नूं, इन्ने समय च ही कंगालां नूं तख्त दे दिंदा है। उन्होंने मर्द नहीं मन्निया जाता जिहड़ा खुदा दा पा के उहदे गीत ना गावे। उन्होंने अकृत कण किहा जाता है। भाई गुरदास ने तो गल ही मुका दी, कहता ना तिस भारे जी अजंत, अणगणत फिरंदे, भारे भुई अकिरत घण, मंदी हूँ मंदे। कहते धरती दे उत्ते बड़े जीव जंतु ने, बड़ी वनस्पति है, बड़े लोग तुरे फिरदे ने। धरती भार नहीं मानती किसी का। धरती भार मानती है सिर्फ अकृत घण दा, जिहड़ा किसी का कीता नहीं जानदा, जिहड़ा अकाल पुरख दा पा के उसदे गीत नहीं गाउंदा। महाराज कहंदे बुटाऊ स्यों जो लावै नेहे, ताको हाथ ना आवै केहे। इस गल नूं समझ लियो, जिहड़े मनुख तुरे जांदे राही नाल प्यार पा लैंदे ने, राही जाण वाला चलिया जांदा, हथ कुछ नहीं आउंदा। ये पदार्थ जाण वाले ने, इन्हां नूं जीवन विच वरतो, जीवन बतीत करो सुखां दे सहित। बहुती पकड़ ना बनाओ, ये सदा रहण वाला कुछ भी नहीं है। ये साथ छड्ड जांदे ने, फिर बंदा टुट जांदा है। तन धन आपन थाप्यो, हर जप ना निमख जाप्यो। अर्थ द्रब देख कश संग ना ही चलना। कहते धन नूं अपना समझ लिया, तन नूं अपना समझ लिया, अकाल पुरख नूं जपिया ही ना जिसने सब कुछ दिता सी। जो तू अपना समझिया है, ये दरब है, पैसा है, तन है, धन है, कुछ जाण वाला नहीं है नाल। एक अकाल पुरख ने मड़ियां तो अगे हिफाजत करनी सी नरकां दे विच, उहदा असीं नाम जपिया ही नहीं है, उहदे असीं गीत गाए ही नहीं। सो महाराज वार वार सानूं समझाउंदे ने, अकाल पुरख दे गीत गाया कर। जो कुछ समझदा है तेरा, इत्थे कुछ रहण वाला नहीं है। कहंदे नाव जिन्ना सुल्तान खान होंदे डिठे, खेहे नानक उठी चलिया, सब कूड़े टुटे नेहे। बड़े बड़े सुल्तान मिट्टी हो गए, बंदिया तेरी हस्ती की है। सब प्रेम दे आल जंजाल अंत समय टुट जाणगे, कुछ नाल नहीं जाना। हथी दगे दी दुनिया तैनूं लांबू लावेगी जाके मड़ियां विच। ये दुनिया दी सच्चाई है।
तेरी कदर कीमत उन्ना चिर जिन्ना चिर तेरे अंदर बख्शे खुदा दे सवास ने। कोई पापा जी कहता तो कोई माता जी आंदा है। लाड लडाउंदे ने बच्चों नाल लोग, तो जे शरीर होवे मिट्टी कोई लाड लडाउंदा वेखिया जे और चुक के घरों बाहर मारते ने, डरते ने भी किते भूत प्रेत इधर ही ना चंबड़ जान। तो फिर किन्ना चिर कदर हुई तेरी जिन्ना चिर खुदा दे बख्शे सवास ने। फिर पहला खुदा होया कि परिवार होया? पहला परमेश्वर, पहला उहदे गीत गाया करो। महाराज कहंदे भेटिओ पूरा सतगुरु साचा प्रभ स्यों नेहे, चरण कमल बोहित भये लग सागर तरिओ तेहे। सच्चे सतगुरु की शरण आओ, उहदे नाल ते पाओ, भव सागर तो तुसी तर जाओगे, तुहानू नजात हासिल हो जाएगी, तुहानू मुक्ति हासिल हो जाएगी। नेह पाउणा है गुरु परम ईश्वर दे नाल पाओ, जो कदे साथ छड्ड के नहीं जांदा। सो महाराज यही सानू समझाउंदे ने। गुरु तेग बहादुर साहिब आखण लगे, ऐ इंसान तैनू तन दिता धन दिता, तू फिर भी उहदे नाल नेह नहीं कीता, तू उहदे पदार्थां नाल ही नेह पा छड्डिया है। कहो नानक नर बावरे, अब क्यों डोलत दीना। नर दा भाव है ऐ मनुख, एक होर नर दा भाव है ਜਿਹੜੇ देवतियां दे दर उत्ते गवाइए हुंदे ने ना, गंधर्व गाउंदे ने देवतियां दी वडियाई, उन्हां नूं भी नर कह दिता जांदा है। अगे लफ्ज़ वरतिया है महाराज ने बावरे। बावरा लफ्ज़ आउंदा है पागल लई, बौले लई, झल्ले लई, अगियानी लई। ते फिर महाराज वरतदे ने लफ्ज़ दौलत। डोलत का भाव तुसी समझदे ही हो, हिलदे रहना, डोलदे रहना, लटकदे रहना, मन एक जगह स्थित ना होवे, डके डोले खाने। फिर महाराज ने दीन लफ्ज़ वरतिया है। दीन दे बड़े अर्थ ने। दीन का मतलब है कुछ किसे नूं दे देना, किसे नूं कोई पदार्थ दे देना। दीन का मतलब है दरिद्र भी, दीन का मतलब गरीब भी है, दीन का मतलब मन करके निर्माण भी है, नीवें हो जाना। दीन का मतलब अरबी फारसी विच मजहब भी है, धर्म भी है। हुण इहदे अर्थ समझो। कहंदे तू नाम नहीं जपिया सारा जीवन, माया विच ही डोलदा रहा, पैसे इकट्ठे करन वल दौड़दा रहा। तू दीन तो भी डोलदा रहा, तू धर्म विच परपक्क नहीं है। जे परपक्क हुंदा तो फिर माया पिछे ना डोलदा। मन करके भी गरीब है, तेरे कोल सत संतोख दया धर्म वर्गे महान खजाने है नहीं, चंगे गुण है नहीं। महाराज पातशाह आखण लगे मजहब तो भी हीणा है, चंगे गुणा तो भी हीणा रह गया। वो डोलदा ही रहा, कोई पैसा कमाउण दे विच, कोई इज्जत कमाउण दे विच। कहंदे सारा जीवन डोलदियां लंघ गया। डोल डोल महा दुख पाया, बिना साधु संग चित चलै, वित जावणो साकत डोल डुलाए। कहंदे साकत डोलदा रहिंदा है, उहदा चित टिकदा नहीं है। वो अकाल पुरख दे गीत नहीं गाउंदा। जिहड़े हाथी ते कुंडा ना होवे, वो हाथी टिकदा नहीं, दौड़दा रहिंदा है। जिहदे कोल बाणी दा कुंडा है, मन रूपी हाथी दे उपर उहदा मन टिक जांदा है। माया विच डोलदे ने, इधर उधर दौड़दे ने, जदों प्राप्त नहीं हुंदी उन्हां नूं फिर कहिंदे ने महा दुख पाया। आसा दी पूर्ति नहीं हुंदी, दुख पाउंदे ने। चित्त उन्हां दा डोलदा रहिंदा है। ते सब तो वड्डा कारण डोलण दा इह है, नाम नहीं जपिया, जवानी लंघ गई, बचपन भी बीत गया सी, अजान अवस्था दे विच जवानी रंगीनियां च लंघ गई सी, हुण बुढ़ा हो गया, हुण डोलदा तां है, मौत आउण वाली है। हुण महाराज कहंदे इत्थे सारे ही डोलदे ने, कोई विरला डोलण तो बचिया। एक दुख राम राय काटो मेरा, अगन दह अर गर्भ
बसेरा डोलते ने मौत के डर तो भी मौत आने वाली है। सुनिया है दुखदायक बड़ी है, बड़ी मुश्किल होंदी है मौत की घड़ी दे विच। फिर मौत आवेगी, कर्म चंगे कीते नहीं फिर दुनिया ते आउणा पवेगा ते गर्भ विच फिर पुठे लटकना पवेगा। ये महाराज वड्डा दुख है, कट दिओ। कबीर जी कहिंदे वड्डा दुख है कबीर, जम का ठेंगा बुरा है ओह नहीं सहया, जाए एक जो साधु मोहे मिलियो तिन लिया अंचल लाए। पूरा गुरु मिल जावे ते मौत दा भै निवृत्त हुंदा है, नहीं तो इत्थे सारे ही डोलदे ने। ते पूरा गुरु जिन्हों मिल जावे ना उहदी अजमत ऐसी है, पूरन पुरख नहीं डोलाने। पूरा गुरु आप नहीं डोलदा ते जेड़े उहदी शरण होण उन्हां नूं भी डोलण नहीं दिंदा। वो खुदा दा रूप च हुंदा है। गुरु अडोल हस्ती है। मैं एक वचन कह देवां, ਇੱਥੇ बैठे ने गुरु तेग बहादुर साहब, तिलक जंजू इंसानीयत नूं मुक्त कराउण ਜ਼ਾਲਮਾਂ ਦੇ ਰਾਜ ਤੋਂ। ਉਹਦਾ ਇੱਕ ਸੁਭਾਅ ਹੈ ਨਾ, ਸਤਿਗੁਰ ਮੇਰਾ ਸਦਾ ਦਇਆਲਾ ਮੋਹੇ ਦੀਨ ਕੋ ਰਾਖ ਲਿਆ। ਜਿਹੜੇ ਸ਼ਰਨ ਆਉਂਦੇ ਨੇ ਕਿਰਪਾ ਰਾਮਦੱਤ ਵਰਗੇ ਬ੍ਰਾਹਮਣ ਲੋਕ, ਸਨਾਤਨ ਮਤ ਵਾਲੇ ਵੀਰ, ਹਿੰਦੂ ਮਤ ਵਾਲੇ ਵੀਰ, ਉਹ ਰੱਖ ਲੈਂਦਾ ਹੈ। ਕੈਸਾ ਡੋਲ ਪਾਤਸ਼ਾਹ ਹੈ, ਸ਼ਰਤ ਰੱਖੀ ਜਾਂਦੀ ਹੈ जे साडा मुरशद डोल गया किरपा रामदत्त होनी कहते ने, गुरु तेग बहादुर डोल गया तो भारत वर्ष के लोग जंजू ला के रख देणगे, कलमा पढ़नगे। तो जे साडा मुरशद ना डोलिया औरंगजेब कसम चुक तू जंजू नूं खत्म नहीं करेगा। कहता ठीक है, हंकार सी, कहता किड्डी क गल है। वो मेरे अगे वड्डे वड्डे झुक गए। ये गुरु तेग बहादुर की किन्नी क पहुँच है। महाराज डोले ना, 3 बचन उत्थे आखे गए, कलमा पढ़ के शरा दे धारनी बन जाओ। महाराज कहते नहीं, असीं सिख हाँ, गुर सतगुर काजो सिख अखाए सो पल के उठर नाम ते आवे। कलमा नहीं पढ़निया, अकाल पुरख नूं ही असीं ध्याउण वाले हैं। कहते फिर करामात विखा दिओ, तुसीं अजमती बड़े हो। कहते मेरे सिख नूं कोई अड़चन पै जावे ना तो मैं करामात उसनूं दिखा दिंदा हाँ। गुरु परमेश्वर का रूप है। गुरु ग्रंथ साहब कहते हैं असंभव उदव्यो पुरख पूरन विदातो। पूर्ण पुरख अकाल पुरख गुरु बन के दुनिया ते आया है। आप नारायण कलाधार जग में परवरियो विद ऑल द स्पिरिचुअल मिरेकुलस पावर्स। गुरु एडी वड्डी शक्ति है, करामाती है। पर कहते मैं औरंगजेब दे हुक्म विच करामात नहीं विखाउणी। जे इहदे हुक्म च विखा दित्ती फिर ते गुरु इहदे अधीन हो गया। तो गुरु तो बेमुहताज है। सतगुर मेरा बेमुहताज, वो मुथाजी नहीं रखता। माई गुरु इज़ टोटली इंडिपेंडेंट। करामात नहीं विखाउणी। कहते जी तुहाडे परिवार चों राम राय जी ने विखाइयां, कहते उन्हां दिखाइयां तो दिखाइयां होण, मैं किसी दे अधीन नहीं हाँ। जे तुहानूं दोवें शर्तां मंजूर नहीं तो आखण लगे सिर देण लई तैयार हो जाओ। बचन कहे सन बापू ने, तृतीय प्राण हान की बात सो हम सहें अपने घात। कहते जेड़ा प्राण हान की गल है, सिर देण की गल है, वो मैं सवांगा, मैं मौत तो नहीं डरदा। इनू कहते ने अडोल हस्ती। ते शहीदी पाउण लगे एक बचन कह गए, फारसी का बचन है। कहते दर अरसा करीब इस्तेमाल व अंदराम ई बादशाह जलवा नमायश खावद याफत। मैं सिर दे चलिया हाँ, सनातन मत रहेगा, इंसानियत रहेगी। मैं अडोल हाँ, मैनू मौत का भै नहीं है। मेरा सिर जदों उतारोगे मैं अपने निर्गुण खुदाया विच भेद होना है। कबीर जिस मरने ते जग डरै मेरा मन आनंद, मरने ही ते पाई है पूर्ण परमा। महाराज कहते मैनू डर नहीं है, पर औरंगजेब मेरी कुर्बानी ये रंग लियावेगी, मेरा लखते जिगर खंडे दी पौल बरसावेगा, जिसनू छक के कला कला मंसूर बन जावेगा। तेरियां लखां फौजां दा खुरा खोज मिटेगा। क्योंकि साडी शहादत तो बाद वो जेड़ा अंदर सिख जग दे रोह पैदा होवेगा, उस रोह दी अग नाल ही तेरा तख्त दिल्ली चों सड़ेगा। गुर का शब्द ना मेटा कोई, गुरु के बचन नूं कौन मिटा सकता है। औरंगजेब दे उहदे बाद पैर नहीं लगे। बाबा बघेल सिंह, बाबा जस्सा सिंह आलूवालिया,
ਬਾਬਾ ਜੱਸਾ ਸਿੰਘ ਰਾਮਗੜੀਆ ਖਾਲਸਿਆਂ ਫਿਰ ਦਿੱਲੀ ਜਿੱਤੀ ਸੀ। ਤਖਤੋ ਤਾਜ ਮਿੱਟੀ ਵਿੱਚ ਮਿਲਾ ਦਿੱਤਾ ਗਿਆ ਸੀ। ਹੁਣ ਜੇ ਸਨਾਤਨ ਮਤ ਵਾਲੇ ਵੀਰ ਅਧੂਰੇ ਦੇ ਚਰਨੀ ਲੱਗਦੇ, ਉਹ ਡੋਲ ਜਾਂਦਾ ਤੇ ਅੱਜ ਸਨਾਤਨ ਮਤ ਨਾ ਹੁੰਦਾ, ਮੰਦਰ ਨਾ ਹੁੰਦੇ, ਗੁਰਦੁਆਰੇ ਨਾ ਹੁੰਦੇ, ਟੱਲ ਨਾ ਖੜਕਦੇ, ਕੋਈ ਗਾਇਤਰੀ ਨਾ ਪੜ੍ਹਦਾ, ਕੀਰਤਨ ਨਾ ਹੁੰਦਾ, ਹਰ ਤਰਫ ਮਸਜਿਦਾਂ ਹੋਣੀਆਂ ਸੀ ਤੇ ਬਾਂਗਾਂ ਦੇਣ ਵਾਲੇ ਹੀ ਦਿਖਣੇ ਸੀ ਤੁਹਾਨੂੰ। ਇਹ ਮੇਰੇ ਅਡੋਲ ਗੁਰੂ ਦੀ ਬਰਕਤ ਹੈ। ਗੁਰ ਨਾਨਕ ਨਾਨਕ ਹਰ ਸੋਏ, ਗੁਰ ਕਾ ਸ਼ਬਦ ਨਾ ਮੇਟੈ। ਗੁਰੂ ਪਰਮੇਸ਼ਵਰ ਦਾ ਸਰੂਪ ਹੈ। ਗੁਰੂ ਦਾ ਬਚਨ ਕੋਈ ਮਿਟਾ ਨਹੀਂ ਸਕਦਾ। ਗੁਰੂ ਅਡੋਲ ਹਸਤੀ ਹੈ। ਅਰਦਾਸ ਕਰਿਆ ਕਰੋ ਉਸ ਗੁਰੂ ਦੇ ਅੱਗੇ, ਬੇਨਤੀ ਕਰਿਆ ਕਰੋ ਉਸ ਗੁਰੂ ਦੇ ਅੱਗੇ। ਕੀ ਬੇਨਤੀ ਕਰਨੀ ਹੈ, ਕੀ ਅਰਦਾਸ ਕਰਨੀ ਹੈ? ਆਖਿਆ ਕਰੋ, ਮੈਂ ਆਧਾਰ ਤੇਰਾ, ਤੂੰ ਖਸਮ ਮੇਰਾ, ਮੈਂ ਤਾਣ ਤਕੀਆ ਤੇਰੋ। ਤੂੰ ਖਸਮ ਹੈ ਮੇਰਾ, ਮਾਲਕ ਹੈ ਮੇਰਾ, ਤੂੰ ਅਡੋਲ ਹੈ, ਤੇਰੀ ਸ਼ਰਨ ਆਇਆ ਹਾਂ, ਮੈਨੂੰ ਬਾਪੂ ਤੂੰ ਡੋਲਣ ਨਾ ਦਈ। ਡੰਡੋਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਡੋਲਣ ਤੋਂ ਬਚਾ, ਗੁਰੂ ਬਚਾਉਣ ਵਾਲਾ ਹੈ। ਸੋ ਦਾਸ ਇੱਥੇ ਵਿਚਾਰ ਨੂੰ ਸੰਕੋਚਦਾ ਹੈ। ਗੁਰੂ ਦੀ ਪਾਕ ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ। ਆਪ ਸੰਗਤਾਂ ਦਾ ਧੰਨਵਾਦ। ਖੁਦ ਖੁਦਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ, ਤਿੰਨਾਂ ਦੇ ਸ਼ਬਦਾ ਅਵਤਾਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਧੰਨਵਾਦ। ਧੰਨਵਾਦ ਹੈ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਆਪ ਸੰਗਤਾਂ ਨੇ ਦਿੱਲੀ ਵਿੱਚ ਚੁਣੀ ਹੋਈ ਹੈ, ਜਿਨ੍ਹਾਂ ਇਹ ਵਿਸ਼ੇਸ਼ ਉਪਰਾਲਾ ਕਰਕੇ ਸ਼ਲੋਕ ਮਹੱਲੇ 9ਵੇਂ ਦੀ ਕਥਾ ਦਾ ਆਗਾਜ਼ ਕੀਤਾ ਹੈ। ਧਰਮ ਪ੍ਰਚਾਰ ਕਮੇਟੀ ਦਾ ਵੀ ਧੰਨਵਾਦ ਹੈ। ਇੱਥੇ ਸੇਵਾ ਕਰਨ ਵਾਲੇ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਅਤੇ ਸਮੂਹ ਵਜ਼ੀਰਾਂ ਦਾ ਧੰਨਵਾਦ। ਗੁਰੂ ਪਾਤਸ਼ਾਹ ਆਪਣੀ ਸਿੱਖੀ ਸਭਨਾਂ ਦੀ ਝੋਲੀ ਪਾਉਣ, ਸਾਡਾ ਇਹ ਜੀਵਨ ਸਫਲਾ ਹੋਵੇ। ਖੰਡੇ ਦੀ ਪੌਲ ਛਕੋ ਜੀ, ਗੁਰੂ ਵਾਲੇ ਬਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।